कोविड-19 ਦੇ ਚਲਦਿਆਂ ਸਥਾਨਕ ਸਰਕਾਰਾਂ ਵੱਲੋਂ ਹਰ ਵਰਗ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੀ ਰਾਹਤ ਅਸੀਂ ਅਕਸਰ ਸੁਣੀਆਂ ਦੇਖੀਆਂ ਹਨ, ਪਰ ਇਸ ਦੇ ਦੂਸਰੇ ਪੱਖ ਤੋਂ ਕਈ ਪਰਿਵਾਰਾਂ ਦਾ ਦੋਸ਼ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਗਿਆ ਜਾਂ ਫਿਰ ਸਾਡੇ ਨੀਲੇ ਕਾਰਡ ਕੱਟੇ ਗਏ ਹਨ ਜਾਂ ਫਿਰ ਹੋਰ ਤਕਲੀਫਾਂ। ਇਸ ਵੇਰਵੇ ਨੂੰ ਲੈ ਕੇ ਅਸੀਂ ਅੱਜ ਮਿਲੇ ਹਾਂ ਜ਼ਿਲ੍ਹਾ ਮੋਗਾ ਦੇ ਵਸਨੀਕ ਸਰਦਾਰ ਮੱਖਣ ਸਿੰਘ ਬਰਾੜ, ਸਾਬਕਾ ਚੇਅਰਮੈਨ ਸਿਹਤ ਵਿਭਾਗ ਪੰਜਾਬ ਨਾਲ। ਆਓ ਸੁਣਦੇ ਹਾਂ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਬਰਾੜ ਸਾਹਿਬ, ਤੁਸੀਂ ਕੀ ਸਾਨੂੰ ਜਾਣਕਾਰੀ ਦੇਣਾ ਚਾਹੋਗੇ? ਲੋਕ ਜਿਹੜੇ ਰਾਸ਼ਨ ਦੁਖੀ ਨੇ ਉਹਨਾਂ ਬਾਰੇ ਕੋਈ ਜਾਣਕਾਰੀ। देखो जी, ਜਿਹੜਾ ਡਿਸਟ੍ਰੀਬਿਊਟ ਕਰਨਾ ਸੀ, ਵੰਡ ਕਰਨੀ ਸੀ ਰਾਸ਼ਨ ਦੀ, ਉਹਦੇ ਵਿੱਚ ਕੋਈ ਇਹ ਨਹੀਂ ਵੀ ਅਸੀਂ ਵਿਰੋਧੀ ਪਾਰਟੀ ਤਾਂ ਗੱਲ ਕਹਿੰਦੇ ਆ ਕਿਉਂਕਿ ਰਾਮ ਵਿਲਾਸ ਪਾਸਵਾਨ ਜੀ ਜਿਹੜੇ ਕੇਂਦਰ ਵਿੱਚ ਮੰਤਰੀ ਹੈ ਇਸ ਵਿਭਾਗ ਦੇ, ਉਹਨਾਂ ਨੇ ਵੀ ਇਹ ਬਿਆਨ ਲਾਇਆ ਸੀ ਵੀ ਪੰਜਾਬ ਨੇ ਜਿੰਨੀ ਜ਼ਰੂਰਤ ਸੀਗੀ ਜਾਂ ਜਿੰਨੀ ਮਿਕਦਾਰ 'ਚ ਵੰਡਣਾ ਚਾਹੀਦਾ ਸੀ ਸਾਡਾ ਭੇਜਿਆ ਹੋਇਆ ਰਾਸ਼ਨ ਨਹੀਂ ਵੰਡਿਆ। ਤੇ ਸਾਨੂੰ ਬੜਾ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਵੀ ਜਿਹੜਾ ਪੰਜਾਬ ਦਾ ਸੀਗਾ, ਪੰਜਾਬ ਸਰਕਾਰ ਦੀ ਡਿਊਟੀ ਸੀ, ਉਹ ਵੀ ਨਹੀਂ ਵੰਡਿਆ ਗਿਆ ਪ੍ਰੋਪਰ, ਔਰ ਜਿਹੜਾ ਕੇਂਦਰ ਸਰਕਾਰ ਦਾ ਆਇਆ ਉਹ ਵੀ ਨਹੀਂ ਵੰਡਿਆ ਗਿਆ। ਤੇ ਸਮਝ ਨਹੀਂ ਲੱਗੀ ਫਿਰ ਉਹ ਰਾਸ਼ਨ ਗਿਆ ਕਿੱਥੇ। ਤੇ ਨਾਲੇ ਵੰਡਿਆ ਤਾਂ ਇਸ ਤਰ੍ਹਾਂ ਜਾਣਾ ਚਾਹੀਦਾ ਸੀ, ਬਗੈਰ ਕਿਸੇ ਵਿਤਕਰੇ ਦੇ, ਬਗੈਰ ਕਿਸੇ ਕਾਰਡ ਦੇ। ਹੁਣ ਭੁੱਖੇ ਦਾ ਕਿਹੜਾ ਨੀਲਾ ਕਾਰਡ ਹੁੰਦਾ? ਹੁਣ ਜਿਹਨੂੰ ਜ਼ਰੂਰਤ ਆ ਉਹਨੂੰ ਦਿੱਤਾ ਜਾਣਾ ਚਾਹੀਦਾ ਸੀ। ਇਹ ਤਾਂ ਸਾਰਾ NGOs ਨੇ ਲੜਾਈ ਸਾਂਭੀ ਹੈ ਜਾਂ ਵੱਡੇ ਵੱਡੇ ਮਹਾਂਪੁਰਸ਼ਾਂ ਨੇ ਆਪਦੀ ਇਹ ਲੜਾਈ ਬਣਾ ਕੇ ਉਹਨਾਂ ਨੇ ਇਹ ਲੜਾਈ ਜਿੱਤੀ ਹੈ। ਮੈਂ ਸਮਝਦਾ ਗਰੀਬਾਂ ਦੇ ਢਿੱਡ ਭਰੇ ਆ। ਕਿਤੇ ਕਿਸੇ ਥਾਂ ਤੋਂ ਕਿਸੇ ਸਥਾਨ ਤੋਂ ਮਤਲਬ 5000 ਦਾ ਰਾਸ਼ਨ ਬਣ ਕੇ ਆਉਂਦਾ ਸੀ, ਕਿਤੋਂ 2000 ਦਾ ਬਣ ਕੇ ਆਉਂਦਾ ਸੀ, ਕਿਤੋਂ 1000 ਦਾ ਬਣ ਕੇ ਆਉਂਦਾ ਸੀ। ਹੋਰ ਤਾਂ ਹੋਰ ਗਰੀਬ ਅਵਸਥਾ ਤਾਂ ਚਲੋ ਮਹਾਂਪੁਰਸ਼ਾਂ ਨੇ ਦਿੱਤਾ ਹੀ ਦਿੱਤਾ, NGOs ਨੇ ਦਿੱਤਾ। ਜਦੋਂ ਅਸੀਂ ਇੱਥੇ ਇੱਕ ਦਿਨ ਜਲਾਲਾਬਾਦ ਮੈਂ ਖੁਦ ਗਿਆ, ਉੱਥੇ ਜਿਹੜੇ ਜਾਤਰੂ ਸਿੰਘ ਆਏ ਵੀ ਸੀ ਹਜੂਰ ਸਾਹਿਬ ਆਏ, ਉੱਥੇ ਵੀ ਮਹਾਂਪੁਰਸ਼ਾਂ ਦਾ ਹੀ ਰੋਟੀ ਪਾਣੀ ਜਾ ਰਿਹਾ ਸੀ। ਉੱਥੇ ਵੀ ਸਰਕਾਰ ਦਾ ਪ੍ਰਬੰਧ ਹੈ ਨਹੀਂ ਸੀ, ਹੋਰ ਕਿਤੇ ਹੋਣਾ ਸੀ। ਇੱਕ ਸਰ, ਲੋਕਾਂ ਨੇ ਗਰੀਬ ਤਬਕਾ ਦੇ ਕਾਰਡ ਕੱਟੇ ਗਏ, ਜਿਹੜੇ ਵੱਡੇ ਲੋਕ ਅਮੀਰ ਲੋਕ ਉਹਨਾਂ ਨੂੰ ਸਰ ਰਾਸ਼ਨ ਲੈ ਰਹੇ, ਉਹਦਾ ਸਰ ਕੀ ਕਾਰਨ? ਦੇਖੋ ਜੀ, ਇਹ ਤਾਂ ਕੁਦਰਤੀ ਗੱਲ ਆ ਵੀ ਜਦੋਂ ਤੁਸੀਂ ਬਹੁਤ ਗਿਣਤੀ ਆਪਣੇ 'ਚ ਗਰੀਬ ਵਸੋਂ ਆ ਆਪਣੇ ਮੁਲਕ 'ਚ ਹੀ ਹੈ। ਤੇ ਹੁਣ ਉਹਦੇ ਅਨੁਸਾਰ ਬਾਦਲ ਸਾਹਿਬ ਦੀ ਸਰਕਾਰ ਦੇ ਸਮੇਂ, ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸਮੇਂ ਬਿਲਕੁਲ ਜੈਨੂਇਨ ਜਿਹੜੇ ਕਾਰਡ ਬਣੇ ਸੀ ਲੋਕਾਂ ਦੇ, ਗਰੀਬਾਂ ਦੇ ਬਣੇ ਸੀ, ਉਹ ਇਹਨਾਂ ਨੇ ਜਾਣਬੁੱਝ ਕੇ ਕੱਟ ਵੀ ਜ਼ਰੂਰਤ ਹੀ ਨਹੀਂ, ਵੀ ਇਹਨਾਂ ਦੇ ਘਰੇ ਤਾਂ ਜੀ ਵਧੀਆ ਪ੍ਰਬੰਧ ਹੈਗਾ। ਅੱਜ ਜਦੋਂ ਇਹ ਗੱਲ ਮਹਿਸੂਸ ਹੋਈ ਤਾਂ ਹੁਣ ਗੱਲ ਕਹਿੰਦੇ ਕਿ ਨਹੀਂ ਜੀ ਅਸੀਂ ਨੀਲੇ ਕਾਰਡਾਂ 'ਤੇ ਹੀ ਦਿਆਂਗੇ ਜਾਂ ਰਾਸ਼ਨ ਇਸ ਤਰ੍ਹਾਂ ਪ੍ਰਬੰਧ ਕਰਾਂਗੇ। ਬੜੇ ਅਫਸੋਸ ਦੀ ਗੱਲ ਹੈ ਵੀ ਜਿਹੜੇ ਬੰਦੇ ਨੂੰ ਲੋੜ ਸੀ, ਦੇਖੋ ਕੋਈ ਵੀ ਵਿਅਕਤੀ ਹੈ, ਹੋ ਸਕਦਾ ਕੋਈ ਜਨਰਲ ਕੈਟੇਗਰੀ 'ਚ ਵੀ ਇਹੋ ਜਿਹੇ ਪਰਿਵਾਰ ਬੈਠੇ ਆ ਜਿਹੜੇ ਬੜੇ ਹੈਂਡ ਟੂ ਮਾਊਥ ਸੀ, ਜਿਹਨਾਂ ਛੋਟੇ ਛੋਟੇ ਕਾਰੋਬਾਰ ਸੀ, ਉਹ ਬੰਦ ਹੋ ਗਏ ਮਹੀਨੇ ਵਿੱਚ, ਤਾਂ ਉਹ ਵੀ ਤਬਾਹ ਹੋ ਗਏ। ਉਹ ਜੇ ਉਹਨਾਂ ਦੇ ਘਰੇ ਕੋਈ ਚੀਜ਼ ਪਹੁੰਚਦੀ ਹੋ ਜਾਂਦੀ ਸਰਕਾਰ ਵੱਲੋਂ ਤਾਂ ਕੀ ਮਾੜੀ ਗੱਲ। ਸੋ ਇਸ ਤਰ੍ਹਾਂ ਦਾ ਪ੍ਰਬੰਧ ਹੋਇਆ। ਇੱਕ ਦੇਖਣ ਨੂੰ ਮਿਲਿਆ ਜੀ, ਜਿਵੇਂ ਇਹਨਾਂ ਰਾਸ਼ਨ ਵੰਡਿਆ, ਕਣਕ ਵੰਡੀ, 3-3 ਮਹੀਨੇ ਦੀ ਕਹਿੰਦੇ ਕਣਕ ਦਿੱਤੀ, ਕਈਆਂ ਨੂੰ ਕਣਕ ਮਿਲੀ, ਕਈਆਂ ਨੂੰ ਨਹੀਂ ਮਿਲੀ। ਸਰ ਉਹਦੇ ਬਾਰੇ ਸਾਨੂੰ ਕੀ ਕਹਿਣਾ? ਕਣਕ ਤਾਂ ਜੀ ਕਿੱਥੇ ਮਿਲੀ ਹੈ, ਐਵੇਂ ਗੱਲਾਂ ਕਰੀ ਜਾਂਦੇ ਆ। ਕੋਈ ਕਣਕ ਨਹੀਂ ਕਿਸੇ ਨੂੰ ਮਿਲੀਗੀ। ਇਹ ਗੱਲਾਂ ਕਹਿੰਦੇ ਸੀ ਡਿਪੂ ਤੇ ਅਸੀਂ ਦਿਆਂਗੇ, ਡਿਪੂ ਹੋਲਡਰਾਂ ਨਾਲ ਮੈਂ ਖੁਦ ਫੋਨ ਤੇ ਗੱਲਾਂ ਕਰਦਾ ਰਿਹਾ ਕਿ ਭਾਈ ਤੁਸੀਂ ਕਦੋਂ ਵੰਡੋਗੇ? ਉਹ ਕਹਿੰਦੇ ਸਾਨੂੰ ਸਰਕਾਰ ਹਦਾਇਤ ਕਰਦੀ ਹੈ ਕਿ ਲਓ ਜੀ, ਸਾਡੇ ਹਜੇ ਵਰਕਰ, ਕਾਂਗਰਸ ਦੇ ਵਰਕਰ ਹੈ ਜਿਹੜੇ, ਉਹ ਬਹੁਤ ਬਿਜੀ ਹੈ, ਜਿਹੜੇ ਸੀਜ਼ਨ 'ਚ ਬਿਜੀ ਹੈ, ਤੇ ਇਸ ਕਰਕੇ ਜਦੋਂ ਉਹ ਵਿਹਲੇ ਹੋ ਜਾਣਗੇ, ਆਪਣਾ ਕਣਕ ਦਾ ਸੀਜ਼ਨ ਖਤਮ ਹੋ ਜਾਊਗਾ, ਉਦੋਂ ਫਿਰ ਤੁਹਾਨੂੰ ਤਰੀਕ ਦਿਆਂਗੇ। ਉਦੋਂ ਬਾਅਦ ਤੁਸੀਂ ਡਿਪੂਆਂ 'ਤੇ ਆਪ ਫੜ ਕੇ ਲੋਕਾਂ ਨੂੰ ਦਿਓ। ਨਾ ਉਹ ਤਰੀਕ ਆਈ, ਨਾ ਡਿਪੂ ਵਿਚਾਰੇ ਉਹ ਝਾਕੀ ਜਾਂਦੇ ਆ, ਉਹਨਾਂ ਨੂੰ ਕੁਝ ਹਦਾਇਤ ਹੋਈ ਕਿ ਤੁਸੀਂ ਭਾਈ ਆਪ ਹੀ ਵੰਡ ਦਿਓ। ਔਰ ਮਤਲਬ ਹਰ ਪੱਖੋਂ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਪਈ ਮਹਿੰਗੀ ਹੈ ਕਾਂਗਰਸ ਨੂੰ ਇਹ ਰਾਜਨੀਤੀ। ਪਰ ਇਹਨਾਂ ਨੇ ਰਾਜਨੀਤੀ ਇਸ ਡਿਜ਼ਾਸਟਰ ਦੇ ਵਿੱਚ ਜਾਂ ਮਹਾਮਾਰੀ ਦੇ ਵਿੱਚ ਇਹੋ ਜਿਹੀਆਂ ਰਾਜਨੀਤਿਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਰ, ਕਈ ਪਰਿਵਾਰਾਂ ਨੂੰ ਜਾ ਕੇ ਅਸੀਂ ਮਿਲੇ, ਉਹ ਪਰਿਵਾਰ ਕਹਿੰਦੇ ਸਾਡੇ ਕੀ 5 ਜੀਆਂ ਦੇ ਅੰਗੂਠੇ ਲਵਾ ਲੈਂਦੇ ਆ, ਕਣਕ ਦੇ ਸਾਨੂੰ 3 ਜੀਆਂ ਦੀ। ਇਹਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ? ਉਹ ਤਾਂ ਕੁਦਰਤੀ ਗੱਲ ਹੈ ਜੀ। ਹੁਣ ਉੱਥੇ ਲੁੱਟ ਜਿਹੜੀ ਚੱਲਦੀ ਹੈ ਉਹ ਕੁਦਰਤੀ ਗੱਲ ਹੈ। ਇਹ ਗੱਲਾਂ ਦਾ ਅਸੀਂ ਬਾਰ-ਬਾਰ ਰੌਲਾ ਪਾਉਂਦੇ ਹਾਂ ਵੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਮੈਂ ਸਮਝਦਾ ਕਿ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਆ ਤਾਂ ਉਹ ਲਿਖ ਕੇ ਦੇਵੇ, ਤਾਂ ਅਸੀਂ ਉੱਥੋਂ ਦੀ ਮਤਲਬ ਉਹਦੇ ਨਾਲ ਜਾ ਕੇ ਜਾਂ ਕੋਈ DC ਦਫ਼ਤਰ ਜਾਂ ਕੋਈ ਕਿਸੇ ਵੱਡੇ ਅਫਸਰ ਤੋਂ ਉਹਦੀ ਇਨਕੁਆਇਰੀ ਲਾ ਕੇ ਕੋਈ ਇਨਸਾਫ ਦਵਾਈਏ। ਮੈਂ ਸਮਝਦਾ ਇਹ ਬਹੁਤ ਵੱਡੀ ਗਿਣਤੀ 'ਚ ਹੋ ਰਿਹਾ ਵਾਪਰ ਹੈ, ਪਰ ਲੋਕਾਂ ਦੇ ਕੋਲ ਆਪ ਦਾ ਕੰਮਾਂ ਕਾਰਾਂ 'ਚ ਸਮਾਂ ਨਹੀਂ ਹੈ, ਕੋਈ ਆਪਦੀ ਮਤਲਬ ਛੋਟੇ ਛੋਟੇ ਕੰਮਾਂ 'ਚ ਬਿਜੀ ਹੈ। ਤੇ ਇਸ ਗੱਲ ਕਰਕੇ ਉਹ ਵਿਚਾਰੇ ਘਰੇ ਬੈਠੇ ਹੀ ਆਪਦਾ ਉਹ ਦੁੱਖ ਮਨਾ ਰਿਹਾ ਇਸ ਗੱਲ ਦਾ ਵੀ ਇਹ ਸਾਨੂੰ ਵਿਤਕਰਾ ਮਹਿਸੂਸ ਹੋ ਰਿਹਾ। ਪਰ ਮੈਂ ਸਮਝਦਾ ਕਿ ਜੇ ਇਹ ਇਸ ਤਰ੍ਹਾਂ ਬੇਇਨਸਾਫੀ ਨਾ ਰੁਕੀ ਤਾਂ ਅਸੀਂ ਆਉਣ ਵਾਲੀ ਆਪਦੀ ਸਰਕਾਰ ਵਿੱਚ ਬਕਾਇਦਾ ਤੌਰ 'ਤੇ ਇਹ ਗੱਲਾਂ ਦੀਆਂ ਇਨਕੁਆਇਰੀਆਂ ਕਰਕੇ ਬਣਦੇ ਅਧਿਕਾਰੀਆਂ ਨੂੰ ਸਜ਼ਾਵਾਂ ਦੇਵਾਂਗੇ। ਨਹੀਂ ਤਾਂ ਅਧਿਕਾਰੀ ਆਪਦੇ ਵੱਲੋਂ ਕੋਸ਼ਿਸ਼ ਕਰਨ ਜੋ ਇਨਸਾਫ ਅਨੁਸਾਰ ਲੋਕਾਂ ਨਾਲ ਔਨ ਮੈਰਿਟ ਹੈ, ਭਾਵੇਂ ਕੋਈ ਪੋਲੀਟੀਕਲ ਬੰਦਾ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਬਗੈਰ ਉਹਦਾ ਇਹ ਗੱਲ ਸੁਣੇ ਔਨ ਮੈਰਿਟ ਫੈਸਲਾ ਹੋਵੇ। ਸਰ, ਇੱਕ ਬਰਾੜ ਸਾਹਿਬ ਤੁਹਾਡੇ ਨਾਲ ਇੱਕ ਸਵਾਲ ਕਰਦੇ ਆ ਬਿਜਲੀ ਦੇ ਬਿੱਲਾਂ ਬਾਰੇ। ਬਿਜਲੀ ਬਿੱਲਾਂ ਬਾਰੇ ਕਹਿੰਦੇ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਕਹਿੰਦੇ ਸੀ 3 ਮਹੀਨੇ ਨਹੀਂ ਲਵਾਂਗੇ, ਦੁਬਾਰਾ ਲੋਕਾਂ ਨੂੰ ਬਿੱਲ ਆ ਚੁੱਕੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਵੀ ਇਹੀ ਗੱਲ ਹੈ ਜੀ, ਬਿਲਕੁਲ। ਦੇਖੋ ਹੁਣ ਚੰਡੀਗੜ੍ਹ ਦਾ ਜਿਹੜਾ ਹੈਗਾ ਉਹ ਪ੍ਰਸ਼ਾਸਕ ਜਿਹੜੀ ਆ ਡਿਊਟੀ ਆ ਯੂਨੀਅਨ ਟੈਰੀਟਰੀ, ਉੱਥੇ ਤੁਸੀਂ ਦੇਖੋ ਉਹਨਾਂ ਨੇ ਕਿਸੇ ਨੂੰ ਬਿੱਲ ਨਹੀਂ ਭੇਜੇ। ਉਹਨਾਂ ਦੇ ਤੁਸੀਂ ਸੁਵਿਧਾ ਕੇਂਦਰ ਜਿਹੜੇ ਉਹ ਅੱਜ ਵੀ ਬੰਦ ਪਏ ਆ। ਉਹ ਕਹਿੰਦੇ ਜਦੋਂ ਅਸੀਂ ਬਿੱਲ ਲੈਣਾ ਹੀ ਨਹੀਂ,
तो गल करनी नहीं। हजे बिल का असी पीरियड बनावांगे, 4-4 5-5 महीनों बाद भी लोग मतलब उत्थे ट्राई करते हैं भी असी आपका बिल दे देंगे, सानूं बिल क्यों नहीं आया। तो सरकार कहती भी नहीं आया, नहीं बिल भेजना थानूं, बकायदा तौर पर तुहाडी तसल्ली करावांगे भी किन्ने यूनिट तुसीं इहदी खपत कीती है, ਉਹਦੇ ਵਿੱਚ जो सरकार ਦੀਆਂ ਹਦਾਇਤਾਂ ਹੋਣਗੀਆਂ ਅਸੀਂ ਉੱਚ ਥੋੜਾ ਬਹੁਤਾ ਤੁਹਾਡਾ ਫਾਇਦਾ ਕਰਾਂਗੇ, ਡਿਸਕਾਊਂਟ ਦੇਵਾਂਗੇ ਔਰ ਨਾਲ ਲੰਬਾ ਟਾਈਮ ਦੇਵਾਂਗੇ ਪੇ ਕਰਨ ਵਾਸਤੇ। ਤੇ ਮੈਂ ਸਮਝਦਾ ਜੇ ਸਾਡੀ ਰਾਜਧਾਨੀ 'ਚ ਇਹੋ ਜਿਹੀਆਂ ਗੱਲਾਂ ਵਾਪਰ ਰਹੀਆਂ ਤੇ ਸਾਡੇ ਪੰਜਾਬ ਸਟੇਟ 'ਚ ਕਿਉਂ ਨਹੀਂ ਇਸ ਗੱਲ ਦੀ ਸਰਕਾਰ ਗੌਰ ਕਰਦੀ। ਜੇ ਹੁਣ ਅੱਜ ਤੁਸੀਂ ਉਵੇਂ ਹੀ ਬਿੱਲ ਫੜਾਈ ਜਾਂਦੇ, ਅਗਲੇ ਤੋਂ ਵੀ ਵੇਖ ਕੇ ਤਾਪ ਚੜ੍ਹ ਜਾਂਦਾ। ਪਹਿਲਾਂ ਤਾਂ ਮਹੀਨਾ ਅਗਲਾ ਕੰਮ ਹੀ ਨਹੀਂ ਖੁੱਲ੍ਹਾ, ਕੋਈ ਦੁਕਾਨ ਨਹੀਂ ਖੁੱਲ੍ਹੀ ਤੇ ਬਿੱਲ ਤੁਸੀਂ ਐਡਾ ਉਹਦੇ ਧਮਾਕਾ ਗੱਲ ਕਰਤੀ, ਪ੍ਰੋਪਰਟੀ ਟੈਕਸ ਦੇ ਤੁਸੀਂ ਨੋਟਿਸ ਭੇਜਦੇ ਜਾਂ ਹੋਰ ਗੱਲਾਂ ਕਰਦੀਆਂ। ਇਹ ਅਜੀਬ ਗੱਲਾਂ, ਮਨੁੱਖਤਾ ਦੇ ਖਿਲਾਫ ਵਾਲੀਆਂ ਗੱਲਾਂ। ਇਹ ਸਾਰੀ ਦੁਨੀਆ 'ਚ ਜਦੋਂ ਇਹੋ ਜਿਹਾ ਮਾਹੌਲ ਬਣਿਆ ਤਾਂ ਘੱਟੋ ਘੱਟ ਤੁਸੀਂ ਸਮੇਂ ਦੀ ਉਡੀਕ ਕਰੋ। ਉਹਦੇ ਵਾਸਤੇ ਤੁਸੀਂ ਇਹ ਤਾਂ ਨਹੀਂ ਕੋਈ ਲੋਕ ਪੈਸੇ ਦੇਣ ਤੋਂ ਭੱਜਦੇ ਆ, ਪਰ ਤੁਸੀਂ ਇੱਕਦਮ ਉਹਨਾਂ ਦਾ ਮਤਲਬ ਗਲ ਨਾ ਘੁੱਟੋ, ਇਹ ਹੋਣਾ ਚਾਹੀਦਾ। ਸਰ ਜਿਵੇਂ ਕਿ ਧਰਮਕੋਟ ਹਲਕੇ ਦੀ ਗੱਲ ਕਰੀਏ, ਧਰਮਕੋਟ ਹਲਕੇ ਵਿੱਚ ਵੀ ਕਈ ਜਨਤਾ ਬੜੀ ਪਰੇਸ਼ਾਨ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਲਓ ਜੀ, ਹੁਣ ਇਹ ਕੋਈ ਕਹਿਣ ਦੀ ਕੀ ਗੱਲ ਹੈ, ਇਹਦਾ ਹਰੇਕ ਫੀਲਡ ਵਿੱਚ ਹੀ ਪਰੇਸ਼ਾਨ ਆ ਵਿਚਾਰੇ। ਕਾਰਨ ਕੀ ਹੈ ਵੀ ਕੇਂਦਰ ਸਰਕਾਰ ਨੇ ਜਿੰਨੀਆਂ ਰਾਹਤ ਦੀਆਂ ਸਕੀਮਾਂ ਦਿੱਤੀਆਂ ਉਹ ਅੱਧੀਆਂ ਵੀ ਨਹੀਂ ਪੰਜਾਬ ਸਰਕਾਰ 'ਚ ਚੱਲੀਆਂ। ਠੀਕ ਹੈ ਨਾ ਗੱਲ। ਜਿਹੜੀਆਂ ਆਪ ਪੰਜਾਬ ਸਰਕਾਰ ਨੇ ਗੱਲਾਂ ਕਹੀਆਂ ਸੀ ਉਹ ਤਾਂ ਇੱਕ ਵੀ ਨਹੀਂ ਪੂਰੀ ਹੋਈ। 10ਵੇਂ ਪਾਤਸ਼ਾਹ ਦੇ ਚਰਨਾਂ ਦੀ ਸਹੁੰ ਖਾ ਕੇ ਕਿਹਾ ਸੀ ਲਓ ਜੀ ਕਰਜ਼ੇ ਤੋਂ ਮੁਕਤੀ ਮਿਲੂਗੀ ਔਰ ਨਾਲ ਤੁਹਾਨੂੰ ਆੜ੍ਹਤੀਆਂ ਦਾ ਕਰਜ਼ਾ ਉਹ ਵੀ ਮਾਫ ਕਰ ਦਿਆਂਗੇ, ਬਿਜਲੀ ਦੇ ਬਿੱਲ ਐਂ ਕਰ ਦਿਆਂਗੇ, ਤੁਹਾਨੂੰ ਗਰੀਬਾਂ ਨੂੰ ਆਹ ਚੀਜ਼ ਪਹੁੰਚਦੀ ਕਰ ਦਿਆਂਗੇ, ਪੈਨਸ਼ਨਾਂ ਇੰਨੀਆਂ ਕਰ ਦਿਆਂਗੇ, ਸ਼ਗਨ ਸਕੀਮ ਇੰਨੀ ਕਰ ਦਿਆਂਗੇ, ਨੌਕਰੀਆਂ ਦੇ ਦਾਂਗੇ, ਮੋਬਾਈਲ ਫੋਨ ਦੇ ਦਾਂਗੇ। ਕਿੰਨੀਆਂ ਗੱਲਾਂ ਹੋਈਆਂ, ਕੋਈ ਇੱਕ ਚੀਜ਼ ਪੂਰੀ ਹੋਈ ਦਿਖਾ। ਲੋਕਾਂ ਦੀ ਸੀਮਾ ਐਡੀ ਵੱਡੀ ਬਣਾਤੀ ਵੀ ਹੁਣ ਤਾਂ ਸ਼ਾਇਦ ਸਾਡਾ ਸਾਰਾ ਭਾਰ ਕਾਂਗਰਸ ਸਰਕਾਰ ਨੇ ਚੱਕ ਲੈਣਾ। ਤੇ ਨਿਕਲਿਆ ਕੀ? ਪੱਟਿਆ ਪਹਾੜ ਤੇ ਨਿਕਲਿਆ ਚੂਹਾ। ਤੇ ਵੇਖ ਲਓ ਤੁਸੀਂ, ਕੋਈ ਵੀ ਇੱਕ ਮੰਗ ਲੋਕਾਂ ਦੀ ਪੂਰੀ ਨਹੀਂ ਹੋਈ, ਇੱਕ ਵੀ ਕੋਈ ਰਾਹਤ ਨਹੀਂ ਮਿਲੀ। ਔਰ ਜਿਹੜੇ ਵਿਚਾਰੇ ਮਾੜਾ ਮੋਟਾ ਸੁਸਾਇਟੀ ਦੀਆਂ ਕਿਸ਼ਤਾਂ ਤਾਰਦੇ ਸੀ ਜਾਂ ਬੈਂਕ ਦੀਆਂ ਤਾਰਦੇ ਸੀ, ਉਹਨਾਂ ਨੇ ਕਿਸ਼ਤਾਂ ਤਾਰਨੀਆਂ ਬੰਦ ਕਰ ਦਿੱਤੀਆਂ ਸੀ ਵੀ ਅਸੀਂ ਆਪੇ ਕਰਜ਼ਾ ਸਰਕਾਰ ਨੇ ਚੱਕ ਲੈਣਾ। ਤੇ ਜਦੋਂ ਬਕਾਇਦਾ ਉਵੇਂ ਨੋਟਿਸ ਆਉਣ ਲੱਗ ਗਏ ਸੁਸਾਇਟੀਆਂ ਦੇ, ਬੈਂਕਾਂ ਦੇ, ਉਹਨਾਂ ਦੇ ਵਿਚਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਯਾਰ ਹੁਣ ਅਸੀਂ ਕਰੀਏ ਕੀ? ਨਾ ਤਾਂ ਸਰਕਾਰ ਨੇ ਕੋਈ ਮਾਫੀ ਦਿੱਤੀ ਹੈ ਤੇ ਨਾ ਹੀ ਸਾਡੇ ਕੋਲ ਇੰਨਾ ਪੈਸਾ ਰਿਹਾ। ਨਹੀਂ ਤਾਂ ਅੱਗੇ ਮਹੀਨੇ ਦਾ ਜੋੜ ਕੇ ਦੇਈ ਜਾਂਦੇ ਸੀ, ਉਹ ਵੀ ਟੁੱਟ ਗਿਆ। ਉੱਤੋਂ ਪੈਨਲਟੀਆਂ ਪੈ ਗਈਆਂ, ਇੰਟਰਸਟ ਵੱਧ ਗਿਆ ਕਿਉਂਕਿ ਵਿਆਜ ਤੇ ਵਿਆਜ ਪੈਣ ਲੱਗ ਗਿਆ। ਮਤਲਬ ਅਜੀਬੋ ਵੀ ਪੰਜਾਬ ਦੀ ਸਥਿਤੀ ਬਣਾਤੀ, ਹਾਸੋ ਹੀਣੀ ਸਥਿਤੀ ਬਣਾਤੀ। ਪਰ ਇਸ ਕਰਕੇ ਪੰਜਾਬ ਦੇ ਕਿ ਧਰਮਕੋਟ ਦੇ ਸਾਰੇ ਹੀ ਲੋਕ, ਜਿਵੇਂ ਕਿਸਾਨ ਦੀ ਗੱਲ ਕਰੀਏ, ਕਿਸਾਨ ਵੀ ਇਸ ਟਾਈਮ ਬਹੁਤ ਦੁਖੀ ਹੈ, ਕਹਿੰਦਾ ਮੈਨੂੰ ਕੋਈ ਖਰਚਾ ਪੈ ਰਿਹਾ, ਖਰਚਾ ਕੁਝ ਨਹੀਂ ਬਚਦਾ ਪਿਆ। ਇਹਦੇ ਬਾਰੇ ਕਿਸਾਨ ਬਾਰੇ ਕੀ ਜਾਣਕਾਰੀ ਮਿਲਦਾ? ਕਿਸਾਨ ਤਾਂ ਜੀ ਵੇਖੋ ਗੱਲ ਇਹ ਆ ਵੀ ਜਿੰਨੀ ਦੇਰ ਤੱਕ ਸਰਕਾਰ ਉਹਦੀ ਚੱਜ ਨਾਲ ਬਾਂਹ ਨਹੀਂ ਫੜੂਗੀ ਤਾਂ ਕੁਦਰਤੀ ਗੱਲ ਆ, ਕਿਸਾਨ ਨੇ ਤਾਂ ਵਿਚਾਰੇ ਨੇ ਇਸੇ ਤਰ੍ਹਾਂ ਰੁਲਦਾ ਰਹਿਣਾ। ਜੇਕਰ ਅੱਜ ਸਰਕਾਰ ਗੱਲਾਂ ਬਾਤਾਂ ਕਰਦੀ ਹੈ, ਜਿਵੇਂ ਪਹਿਲਾਂ ਮੈਂ ਆਪ ਜੀ ਨੂੰ ਦੱਸਿਆ ਹੀ ਹੈ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ, ਪਹਿਲੀ ਗੱਲ ਤਾਂ ਕੋਈ ਐਂ ਥੋੜ੍ਹੀ ਕਹਿੰਦਾ ਹੁੰਦਾ ਵੀ ਤੁਸੀਂ ਆਹ ਵਾਅਦਾ ਕਰੋ ਤਾਂ ਹੀ ਤੁਹਾਨੂੰ ਵੋਟ ਪਾਵਾਂਗੇ। ਗੱਲ ਹੀ ਉਹਨੇ ਕਿ ਕਰੋ ਜਿੰਨੀ ਕਿ ਤੁਸੀਂ ਕਰ ਸਕਦੇ। ਠੀਕ ਹੈ ਨਾ। ਉਹਨਾਂ ਨੂੰ ਵਿਚਾਰਿਆਂ ਨੂੰ ਪਹਿਲਾਂ ਤਾਂ ਕਿਸਾਨਾਂ ਨੂੰ ਸਭ ਤੋਂ ਵੱਧ ਇਹ ਗੱਲ ਕਹੀ ਗਈ ਕਿ ਤੁਹਾਡੇ ਹਰ ਤਰ੍ਹਾਂ ਦੇ ਕਰਜ਼ੇ ਮਾਫ ਹੋ ਜਾਣਗੇ, ਆੜ੍ਹਤੀਆਂ ਦੇ ਕਰਜ਼ੇ ਮਾਫ ਹੋ ਜਾਣਗੇ, ਬੈਂਕਾਂ ਦੇ ਮਾਫ ਹੋ ਜਾਣਗੇ, ਕੋਈ ਟਰੈਕਟਰ ਫ੍ਰੀ ਕਰਾ ਦਾਂਗੇ, ਤੁਹਾਡਾ ਐਂ ਕਰ ਦਾਂਗੇ, ਸੁਸਾਇਟੀਆਂ 'ਚ ਪੈਸਾ ਜਮ੍ਹਾਂ ਕਰਾਉਣ ਦੀ ਲੋੜ ਨਹੀਂ। ਉਹ ਮਤਲਬ ਕਿਸਾਨਾਂ ਨੇ ਆਪ ਦਾ ਜਿਹੜਾ ਧਨ ਸੀ ਕਿਤੇ ਹੋਰ ਐਡਜਸਟ ਕਰ ਲਿਆ ਜਾਂ ਹੋਰ ਲਾ ਲਿਆ। ਉਹ ਬੜਾ ਮਤਲਬ ਜੀਬੋ-ਗਰੀਬ ਸਥਿਤੀ ਉਹਨਾਂ ਦੀ ਕਿਸਾਨਾਂ ਦੀ ਬਣ ਗਈ। ਔਰ ਦੂਸਰੀ ਗੱਲ ਆ, ਅਸੀਂ ਤਾਂ ਇਹ ਕਹਾਂਗੇ ਭਾਵੇਂ ਸਾਡੇ ਭਾਈਵਾਲ ਕੇਂਦਰ ਦੀ ਸਰਕਾਰ ਹੈ, ਉਹ ਵੀ ਕਿਸਾਨਾਂ ਲਈ ਬੇਸ਼ੱਕ ਬਹੁਤ ਸੋਹਣੇ ਉਪਰਾਲੇ ਕਰਦੀ ਹੈ। ਹਰ ਵਾਰੀ ਕਣਕ ਦੇ, ਝੋਨੇ ਦੇ ਰੇਟ ਬਹੁਤ ਸੋਹਣੇ ਵੱਧਦੇ ਆ। ਜੇ ਅਸੀਂ ਕੰਪੇਅਰ ਕਰਕੇ ਕਾਂਗਰਸ ਦੀਆਂ ਸਰਕਾਰਾਂ ਨੂੰ ਤਾਂ ਉਦੋਂ ਮਸਾਂ 10 ਰੁਪਏ 20 ਰੁਪਏ ਵੱਧਦੇ ਹੁੰਦੇ ਸੀ ਕੁਆਂਟਲ ਮਗਰ, ਤੇ ਹੁਣ 200 400 ਮਤਲਬ ਜੇ ਕਹਿ ਦਈਏ ਵੀ ਹਜ਼ਾਰਾਂ ਕਰੋੜ ਰੁਪਇਆ ਲੋਕਾਂ ਦੀ ਜੇਬ ਵਿੱਚ ਇੱਕ ਸਾਲ ਵਿੱਚ ਜਾਂਦਾ ਵੱਧ, ਜਦੋਂ ਕੇਂਦਰ ਸਰਕਾਰ ਕੋਈ ਵੱਡਾ ਸੋਹਣਾ ਫੈਸਲਾ ਲੈਂਦੀ ਹੈ। ਤਾਂ ਇਹਦੇ ਲਈ ਮੈਂ ਸਮਝਦਾ ਮੋਦੀ ਜੀ ਇਹਦੇ ਲਈ ਮੈਂ ਸਮਝਦਾ ਬਹੁਤ ਜ਼ਿਆਦਾ ਐਫਰਟ ਕਰ ਰਹੇ ਆ, ਆਪਦਾ ਯਤਨ ਕਰ ਰਹੇ ਆ ਕਿਸਾਨਾਂ ਵਾਸਤੇ। ਅੱਜ ਵੀ ਤੁਸੀਂ ਵੇਖੋ ਜਦੋਂ ਆਹ ਮਹਾਮਾਰੀ ਚੱਲਦੀ ਹੈ, ਜਿਨ੍ਹਾਂ ਨੇ ਆਪਦੇ ਖਾਤੇ ਖਿਲਾਏ ਹੋਏ ਕਿਸਾਨਾਂ ਦੇ ਖਾਤਿਆਂ 'ਚ ਉਹ ਜ਼ਮੀਨਾਂ ਦੇ ਮੁਤਾਬਕ ਉਸ ਤਰ੍ਹਾਂ ਉਹਨਾਂ ਨੂੰ ਪੈਸਾ ਵੀ ਜਾਂਦਾ। ਪੰਜਾਬ ਦਰਪਣ ਨਿਊਜ਼ ਲਈ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।